गुड मॉर्निंग स्टूडेंट्स। हाँ जी राजे, जो अज का अपना टॉपिक है सैकेंड चैप्टर से अपना चल रहा है इकनॉमिक्स का। इस अपना नैक्सट टॉपिक है इरीगेशन। इरीगेशन की जरा जी सिंचाई करना, जिन्होंने आप कहने फसलों को पानी देना। एग्रीकल्चर नाल रिलेटेड देखो, एग्रीकल्चर वाटर रिक्वायरमेंट्स कैन बी मेट इन टू वेज। फर्स्ट बाय नेचुरल मीनस लाइक रेनफॉल एंड सेकंड थ्रू परमानेंट मीनस ऑफ इरीगेशन लाइक ਆਪਾਂ ਕਹਦੇ ਵੈਲਸ, ਖੂਹ ਜਿਹਨੂੰ ਕਹਿੰਦੇ ਹਾਂ, ਟਿਊਬਵੈਲ, ਪੌਂਡਸ, ਤਲਾਅ, ਕੈਨਲਸ ਐਕਸੈਟਰਾ। ਸਿਗਨੀਫਿਕੈਂਸ ਆਫ ਦੀਸ ਮੀਨਸ ਆਫ ਇਰੀਗੇਸ਼ਨ ਫਾਰ ਦੀ ਐਗਰੀਕਲਚਰ ਪਰਪਜ਼ ਇਜ਼ ਐਵੀਡੈਂਸ ਫਰੋਮ ਦੀ ਫਲੋਇੰਗ ਫੈਕਟਰ। ਠੀਕ ਹੈ, ਟੂ ਟਾਈਪਸ ਦੀ ਆਪਣੇ ਕੋਲ ਇਰੀਗੇਸ਼ਨ ਦੇ ਜਿਹੜੇ ਮੀਨਸ ਨੇ। ਫਸਟ ਆਪਾਂ ਗੱਲ ਕਰਦੇ ਹਾਂ ਨੈਚੁਰਲ ਮੀਨਸ ਆਪਾਂ ਕਹਦੇ ਜਿੱਦਾਂ ਠੀਕ ਹੈ ਰੇਨਫਾਲ ਦੁਆਰਾ। ਅਤੇ ਸੈਕਿੰਡ ਆਪਣੇ ਲਵੇ ਆਪਾਂ ਕਹਿ ਦਈਏ ਜਿਹੜੇ ਆਪਾਂ ਖੁਦ ਆਪਣੇ ਆਪ ਬਣਾਉਣੇ, ਜਿਵੇਂ ਟਿਊਬਵੈਲ ਹੋ ਗਿਆ, ਠੀਕ ਹੈ, ਤਲਾਅ ਵਗੈਰਾ ਹੋ ਗਿਆ, ਕੈਨਾਲ ਵਗੈਰਾ ਤੋਂ ਵਾਟਰ ਦੇ ਕੱਢ ਕੇ ਜਿਹੜਾ ਜ਼ਮੀਨਾਂ ਨੂੰ ਦੇਣਾ। ਨੈਕਸਟ ਆਪਾਂ ਕਰਦੇ ਹਾਂ ਫੈਕਟਰ ਅਨਸਰਟਨਟੀ ਆਫ ਰੇਨਫਾਲ ਇਨ ਇੰਡੀਆ। ਰੇਨਫਾਲ ਡਿਪੈਂਡਸ ਔਨ ਮੌਨਸੂਨ ਐਂਡ ਮੌਨਸੂਨ ਇਜ਼ ਅਨਸਰਟੇਨ। ਜਿਹੜੀ ਦੇਖੋ ਜਿਹੜੀ ਇੰਡੀਆ 'ਚ ਰੇਨਫਾਲ ਹੈ ਉਹ ਹੈਗੀ ਕਿਤੇ ਡਿਪੈਂਡ ਕਰਦੀ ਹੈ ਮੌਨਸੂਨ 'ਤੇ। ਹੁਣ ਜਿਹੜੇ ਮੌਨਸੂਨ ਪਾਉਣਾ ਨੇ ਜਾਂ ਆਪਾਂ ਜਿਹੜੇ ਵਿੰਡਸ ਨੇ ਉਹ ਅਨਸਰਟੇਨ ਨੇ, ਮੀਨਸ ਆਪਾਂ ਕਹੀਏ ਉਹਨਾਂ ਦਾ ਕੋਈ ਭਰੋਸਾ ਨਹੀਂ ਹੈਗਾ। ਇਨ ਐਵਰੀ ਆਰਸ ਔਰ 5 ਈਅਰ ਦੇਅਰ ਆਰ ਡਰਾਊਟ ਐਂਡ ਸਮਟਾਈਮ ਦੇਅਰ ਇਜ਼ ਹੈਵੀ ਰੇਨਫਾਲ। ਕਦੇ ਤਾਂ ਇੱਥੇ ਆਪਾਂ ਕਹੀਏ ਨਾ ਰੇਨਫਾਲ ਹੋਣ ਕਾਰਨ ਸੋਕਾ ਪੈ ਜਾਂਦਾ, ਠੀਕ ਹੈ, ਖੁਸ਼ਕ ਹੋ ਜਾਂਦੇ ਨੇ, ਅਤੇ ਕਦੇ ਇੱਥੇ ਕੀ ਹੈ ਹੜ੍ਹ ਆ ਜਾਂਦੇ ਨੇ। ਵਿਸਾਈਡ ਦੀ ਟਾਈਮ ਆਫ ਰੇਨਫਾਲ ਇਜ਼ ਅਨਸਰਟੇਨ। ਇਸ ਤੋਂ ਬਾਅਦ ਜਿਹੜਾ ਟਾਈਮ ਹੈ ਰੇਨਫਾਲ ਦਾ ਉਹ ਵੀ ਆਪਾਂ ਕਹਿ ਦਈਏ ਭਰੋਸੇਯੋਗ ਨਹੀਂ ਹੈਗਾ। ਸਮਟਾਈਮ ਮੌਨਸੂਨ ਸਟਾਰਟਡ ਵੈਰੀ अर्ਲੀ ਐਂਡ ਸਮਟਾਈਮ ਇਟ ਸਟਾਰਟਸ ਵੈਰੀ ਲੇਟ। ਕਈ ਵਾਰ ਜਿਹੜੇ ਮੌਨਸੂਨ ਪੂਰਾ ਨੇ ਕਈ ਵਾਰ ਜਲਦੀ ਆ ਜਾਂਦੀਆਂ ਨੇ, ਕਈ ਵਾਰ ਲੇਟ ਹੋ ਜਾਂਦੀਆਂ ਨੇ। ਇਟ ਇਜ਼ ਬੀ ਦੇਅਰ ਫੋਰ ਸੈਟ ਦੈਟ ਇੰਡੀਅਨ ਐਗਰੀਕਲਚਰ ਇਜ਼ ਕੈਂਬਲ ਆਫ ਮੌਨਸੂਨ। ਇਸ ਕਰਕੇ ਜਿਹੜੇ ਇੰਡੀਅਨ ਜਿਹੜੀ ਐਗਰੀਕਲਚਰ ਉਹਨੂੰ ਕੀ ਹੈ ਗੈਂਬਲ ਆਫ ਮੌਨਸੂਨ ਕਿਹਾ ਜਾਂਦਾ ਹੈ। ਠੀਕ ਹੈ ਜੀ। ਨੈਕਸਟ ਹੈ ਅਨਇਕੁਅਲ ਡਿਸਟਰੀਬਿਊਸ਼ਨ ਆਫ ਰੇਨਫਾਲ। ਅਨਇਕੁਅਲ ਆਪਾਂ ਕਹਿ ਦਈਏ ਜਿਹੜਾ ਕੀ ਆ ਜਿਹੜੀ ਇੱਕ ਮਾਤਰ ਵੰਡ ਨਹੀਂ ਹੈਗੀ, ਠੀਕ ਹੈ, ਇੱਕ ਸਾਰ ਜਿਹੜੀ ਵੰਡ ਨਹੀਂ ਹੈਗੀ ਇਹਦੀ ਰੇਨਫਾਲ ਦੀ। Distribution of rainfall is highly unequal across different region of country. In some region there is very high rainfall, while in other it is very low. Therefore, is regions of deficient rainfall irrigation has become very significant. ਕੀ ਹੈ ਜੀ ਅਨਇਕੁਅਲ ਮੀਨਸ ਆਪਾਂ ਕਹੀਏ ਜਿਹੜੇ ਸਾਰੇ ਇਲਾਕਿਆਂ 'ਚ ਉਹਨਾਂ 'ਚ ਇੱਕੋ ਜਿਹੀ ਆਪਾਂ ਕਹਿ ਸਕਦੇ ਹਾਂ ਵੀ ਰੇਨਫਾਲ ਨਹੀਂ ਹੁੰਦੀ। ਕਈ ਇਲਾਕਿਆਂ 'ਚ ਜ਼ਿਆਦਾ ਹੁੰਦੀ ਹੈ, ਕਈ 'ਚ ਘੱਟ ਹੁੰਦੀ ਹੈ। ਇਸ ਕਰਕੇ ਇਹਨੂੰ ਇਕੁਅਲ डिस्ट्रीब्यूशन होंगी है। ठीक है, रेनफॉल की टाइमिंग एंड ड्यूरेशन ऑफ रेनफॉल इन इंडिया। ड्यूरेशन ऑफ रेनफॉल ड्यू टू मानसून इज़ वेरी लिमिटेड। रेन अकर्स लार्जली बिफोर फ्रॉम जुलाई टू सितंबर। विंटर रेनफॉल अकर ओनली इन स्टेट्स लाइक पंजाब, हरियाणा, तमिलनाडु। Therefore, irrigation is very much essential in order to grow two crops in a year. In India, irrigation projects are mainly of two types. ਜਿਹੜੇ ਇਰੀਗੇਸ਼ਨ ਪ੍ਰੋਜੈਕਟ ਨੇ ਇੰਡੀਆ 'ਚ ਉਹ ਕੀ ਨੇ ਟੂ ਟਾਈਪਸ ਦੇ ਨੇ। ਦੇਖੋ, ਲਾਰਜ ਇਰੀਗੇਸ਼ਨ ਪ੍ਰੋਜੈਕਟ ਜਾਂ ਆਪਾਂ ਕਹਿੰਦੇ ਮਲਟੀਪਰਪਜ਼ ਰਿਵਰ ਪ੍ਰੋਜੈਕਟ। ਮਲਟੀਪਰਪਜ਼ ਪ੍ਰੋਜੈਕਟ ਆਰ ਦੋਸ ਪ੍ਰੋਜੈਕਟ ਵਿੱਚ ਸਰਵ ਮੈਨੀ ਆਬਜੈਕਟਿਵ। ਜਿਹੜੇ ਕਿ ਕਾਫੀ ਜ਼ਿਆਦਾ ਆਬਜੈਕਟਿਵ ਆਪਾਂ ਕਹਿ ਦਈਏ ਲੈ ਕੇ ਬਣਾਏ ਜਾਂਦੇ ਨੇ। ਮਲਟੀ ਹੁੰਦੇ ਨੇ ਜਿਹੜੇ ਜਿਹੜੇ ਕਾਫੀ ਜ਼ਿਆਦਾ ਆਪਾਂ ਕਹਿ ਦਈਏ ਫਾਇਦੇਮੰਦ ਹੁੰਦੇ ਨੇ। ਠੀਕ ਹੈ, ਵੀ ਅਲੱਗ ਅਲੱਗ ਤਰ੍ਹਾਂ ਦੀਆਂ ਜਿਹੜੀਆਂ ਜ਼ਰੂਰਤਾਂ ਪੂਰੀਆਂ ਕਰਦੇ ਨੇ। simultaneously like irrigation, flood control and generation of electricity. Under these projects, dams are constructed to store up the flood water of river during the rainy season. Many purposes are served by the sources of stored water like ਕੀ ਹੈ ਜੀ ਇਸ ਪਰਪਸ ਕੀ ਹੁੰਦਾ ਜਿਹੜੇ ਆਪਾਂ ਕਹੀਏ ਰੇਨਫਾਲ ਦਾ ਜਿਹੜਾ ਵਾਟਰ ਹੈ ਪਾਣੀ ਹੈ, ਠੀਕ ਹੈ, ਜਦੋਂ ਕਾਫੀ ਰੇਨਫਾਲ ਹੁੰਦੀ ਉਸ ਟਾਈਮ ਉਹਨੂੰ ਕੀ ਸਟੋਰ ਕਰ ਲਿਆ ਜਾਂਦਾ ਡੈਮ ਦੇ ਉੱਪਰ। ਠੀਕ ਹੈ, ਅਤੇ ਉਹਨੂੰ ਕੀ ਆ ਵਰਤਿਆ ਜਾਂਦਾ ਕਿੱਦਾਂ ਦੇਖੋ ਦੀ ਸਟੋਰ ਵਾਟਰ ਅੰਡਰ ਦਿਸ ਸੋਰਸ ਇਜ਼ ਬਰੋਡ ਟੂ ਦੀ ਫੀਲਡ ਫਾਰ ਇਰੀਗੇਸ਼ਨ ਥਰੂ ਕੈਨਾਲਸ ਐਂਡ ਵਾਟਰ ਚੈਨਲਸ ਥਰੂ ਆਊਟ ਦੀ ਈਅਰ। ਇਹ ਸਟੋਰ ਕੀਤੇ ਵਾਟਰ ਨੂੰ ਆਪਾਂ ਕਹੀਏ ਨਹਿਰਾਂ ਦੁਆਰਾ ਅਤੇ ਜਿਹੜੇ ਵਾਟਰ ਚੈਨਲ ਨੇ ਉਹਨਾਂ ਦੁਆਰਾ ਜਿਹੜੇ ਫੀਲਡ 'ਚ ਖੇਤਾਂ 'ਚ ਲਿਆਇਆ ਜਾਂਦਾ ਅਤੇ ਇਰੀਗੇਸ਼ਨ ਕੀਤੀ ਜਾਂਦੀ ਹੈ। ਸੋ ਇਟ ਮੇਕਸ ਦੀ ਇਰੀਗੇਸ਼ਨ ਪੋਸੀਬਲ ਫਾਰ ਦੀ ਹੋਲ ਆਫ ਈਅਰ। ਇਸੇ ਕਾਰਨ ਜਿਹੜੀ ਸਾਰਾ ਸਾਲ ਕੀ ਆ ਇਰੀਗੇਸ਼ਨ ਕੀ ਆ ਪੋਸੀਬਲ ਹੁੰਦੀ ਆ।
Next step in the electricity is generated when the store water is thrown from the high of dam. ਇਲੈਕਟ੍ਰੀਸਿਟੀ ਜਨਰੇਟ ਕੀਤੀ ਜਾਂਦੀ ਬਣਾਈ ਜਾਂਦੀ ਹੈ ਜਦੋਂ ਆਪਾਂ ਕਹੀਏ ਕਾਫੀ ਜ਼ਿਆਦਾ ਹਾਈਟ ਤੋਂ ਜਿਹੜਾ ਪਾਣੀ ਨੂੰ ਡੈਮ 'ਤੇ ਛਿੱਟ ਕੇ। ਇਲੈਕਟ੍ਰੀਸਿਟੀ ਇਜ਼ ਯੂਜ਼ ਨਾਟ ਓਨਲੀ ਫॉर ਇੰਡਸਟਰੀ ਰੇਲਵੇਜ਼ commercial and domestic purpose but also in use for operation of pump sets and tubewell to irrigate the field। ਜਿਹੜੀ ਇਲੈਕਟ੍ਰੀਸਿਟੀ ਹੈ ਆਪਾਂ ਨੂੰ ਪਤਾ ਵੀ ਜਿਹੜੇ ਇਕੱਲੇ ਇੰਡਸਟਰੀ ਲਈ ਨਹੀਂ ਜਾਂ ਰੇਲਵੇ ਲਈ ਨਹੀਂ, ਕਮਰਸ਼ੀਅਲ ਨਹੀਂ, ਡੋਮੈਸਟਿਕ ਘਰਾਂ ਲਈ ਨਹੀਂ ਯੂਜ਼ ਹੁੰਦੀ ਇਕੱਲੀ, ਠੀਕ ਹੈ। ਇਹ ਜਿਹੜੀ ਯੂਜ਼ ਹੁੰਦੀ ਹੈ ਜਿਹੜੇ ਟਿਊਬਵੈੱਲ ਵਗੈਰਾ ਜਾਂ ਪੰਪ ਸੈੱਟ ਨੇ ਉਹਨਾਂ ਨੂੰ ਵੀ ਚਲਾਉਣ ਲਈ ਇਹਦੀ ਜ਼ਰੂਰਤ ਪੈਂਦੀ ਹੈ, ਠੀਕ ਹੈ, ਫੀਲਡ ਵਗੈਰਾ 'ਚ ਖੇਤਾਂ ਵਗੈਰਾ ਦੀ। ਨੈਕਸਟ ਥਰਡ ਆਪਣੇ ਲਵੇ floods can be controlled by making check dam on the river. Phakra Nangal project, Damodar well project are the notable example of multi-purpose irrigation project in India। ਦੇਖੋ ਜਿਹੜੇ ਇਹ ਜਾਂ ਭਾਖੜਾ ਨੰਗਲ ਹੋ ਗਿਆ ਜਾਂ ਦਾਮੋਦਰ ਵੈਲੀ ਪ੍ਰੋਜੈਕਟ ਹੋ ਗਿਆ, ਇਹ ਸਾਰੇ ਕੀ ਨੇ ਮਲਟੀ ਜਿਹੜੇ ਪਰਪਜ਼ ਨੇ ਬਣਾਏ ਗਏ ਨੇ ਡੈਮ, ਠੀਕ ਹੈ, ਪ੍ਰੋਜੈਕਟ ਨੇ, ਉਹਨਾਂ ਦੀ ਐਗਜ਼ਾਮਪਲਸ ਨੇ, ਬੈਸਟ ਐਗਜ਼ਾਮਪਲਸ ਨੇ। ਸੈਕਿੰਡ ਆਪਣੇ ਲੱਗਾ ਮਾਈਨਰ ਇਰੀਗੇਸ਼ਨ ਪ੍ਰੋਜੈਕਟ। ਹੁਣ ਮਾਈਨਰ ਜਿਹੜੇ ਇਰੀਗੇਸ਼ਨ ਪ੍ਰੋਜੈਕਟ ਨੇ ਉਹ 'ਚ ਕੀ ਹੈਗਾ, ਦੀ ਮੇਨ ਪ੍ਰੋਜੈਕਟ ਇਨ ਮਾਈਨਰ ਪ੍ਰੋਜੈਕਟ ਇਨਕਲੂਡ ਟਿਊਬਵੈਲ, ਵੈਲਜ਼, ਪਾਵਰ operated pump set as well as small catchment areas। These projects are very much important for irrigating water deficient area। चलिए माइनर से अपने लवे। नेक्स्ट अपने लवे है राजे बैंकिंग एंड अदर फाइनेंशियल इंस्टीट्यूट। बैंकिंग एंड अदर ਜਿਹੜੇ फाइनेंशियल इंस्टीट्यूट ਕਿਹੜੇ ਨੇ, ਮੋਨੇਟਰੀ, ਤੁਹਾਨੂੰ ਇੱਦਾਂ ਕੁਐਸਚਨ ਹੈ ਵੀ ਜਿਹੜੇ ਮੋਨੇਟਰੀ इंस्टीट्यूट ਕਿਹੜੇ ਨੇ। ਮੋਨੇਟਰੀ ਇਕਨੋਮਿਕ ਇੰਫਰਾਸਟਰਕਚਰ ਇਨ ਇੰਡੀਅਨ ਇਕਨੋਮੀ ਮੀਨਸ ਬੈਂਕਿੰਗ ਸਿਸਟਮ, not banking institutions, capital market and the controller of all this RBI। RBI means Reserve Bank of India। These monetary institutes are explained in the following way। देखो इतना क्वेश्चन है भी विचार मोनेटरी इंस्टीट्यूट, ਜਿਹੜੇ मोनेटरी इंस्टीट्यूट ने ਕਿਹੜੇ ਨੇ। फस्ट हो जाऊगा मनी लैंडर इन इंडिया। ट्रेडिशनल बैंक और मनी लैंडर आर crediting or debiting money from good old times। they charge a high rate of interest। ठीक है, ये पुराने टाइम के पक्के दी ਜਿਹੜੇ ਮਨੀ ਲੈਂਡਰ ਜਿਹੜੇ ਪੈਸੇ ਦਿੰਦੇ ਨੇ ਅਤੇ ਕਾਫੀ ਜ਼ਿਆਦਾ ਵਿਆਜ ਜਿਹੜਾ ਕੰਜ਼ਿਊਮ ਕਰਦੇ ਨੇ, ਲੈਂਦੇ ਨੇ। ਰਿਜ਼ਰਵ ਬੈਂਕ ਆਫ ਇੰਡੀਆ ਸੈਕਿੰਡ ਆਪਣੇ ਲਈ ਹੈਗਾ ਰਿਜ਼ਰਵ ਬੈਂਕ ਆਫ ਇੰਡੀਆ। ਇਹਦੇ 'ਚ ਕੀ ਹੈਗਾ, ਦਿਸ ਇਜ਼ ਦੀ ਸੈਂਟਰਲ ਬੈਂਕ ਆਫ ਇੰਡੀਆ। ਸੈਂਟਰਲ ਬੈਂਕ ਰਿਜ਼ਰਵ ਆਫ ਇੰਡੀਆ ਜਾਂ ਤੁਹਾਨੂੰ ਸੈਂਟਰਲ ਬੈਂਕ ਆਫ ਇੰਡੀਆ ਵੀ ਆ ਸਕਦਾ, ਠੀਕ ਹੈ ਰਾਜੇ, ਧਿਆਨ ਰੱਖਿਓ। ਇਟ ਵਾਜ਼ established in 1935। ਇਟ ਇਜ਼ ਮੇਨ ਫੰਕਸ਼ਨ ਆਰ ਟੂ ਇਸ਼ੂ ਕਰੰਸੀ ਨੋਟ, to act as a banker of government banks and to regulate and control the monetary system of country। ਹੁਣ ਕਰੰਸੀ ਜਦੋਂ ਚੇਂਜ ਹੁੰਦੀ ਹੈ ਤਾਂ ਇਹਦੇ ਹੱਥ 'ਚ ਹੁੰਦੀ ਹੈ, ਠੀਕ ਹੈ। ਇਹ ਸਾਰੇ ਜਿਹੜੇ ਸਿਸਟਮ ਨੂੰ ਇੰਡੀਆ ਦੇ ਨੂੰ ਬੈਂਕਿੰਗ ਨੂੰ ਉਹਨੂੰ ਕੀ ਹੈ ਕੰਟਰੋਲ ਕਰਦੀ ਹੈ, ਠੀਕ ਹੈ ਜੀ। ਅਤੇ ਨੈਕਸਟ ਆਪਣੇ ਲੈ ਗਿਆ ਕਮਰਸ਼ੀਅਲ ਬੈਂਕਸ। ਕਮਰਸ਼ੀਅਲ ਬੈਂਕਸ ਆਕੂਪਾਈ ਐਨ ਇੰਪੋਰਟੈਂਟ ਪਲੇਸ ਇਨ ਦੀ ਬੈਂਕਿੰਗ ਸਿਸਟਮ ਆਫ ਇੰਡੀਆ। ਜਿਹੜੇ ਕਮਰਸ਼ੀਅਲ ਬੈਂਕ ਨੇ ਉਹ ਇੰਪੋਰਟੈਂਟ ਰੋਲ ਪਲੇ ਕਰਦੀਆਂ ਨੇਗੀਆਂ। ਦੀਸ ਬੈਂਕਸ ਜਨਰਲੀ ਗਿਵ ਸ਼ੋਰਟ ਟਰਮ ਲੋਨ। ਇਹ ਆਪਾਂ ਕਹਿੰਦੇ ਘੱਟ ਸਮੇਂ ਦੇ ਜਿਹੜੇ ਲੋਨ ਪ੍ਰੋਵਾਈਡ ਕਰਦੀਆਂ ਨੇ ਲੋਕਾਂ ਨੂੰ। ਇਨ 1969 14 banks and in 1987 more banks, for example total 21 commercial bank have been nationalized। ਅਤੇ ਅੰਤਰਰਾਸ਼ਟਰੀ ਆਪਾਂ ਪੱਧਰ 'ਤੇ ਕਿੰਨੀਆਂ ਟੋਟਲ ਹੋ ਗਈਆਂ ਜਿਹੜੀਆਂ ਕਮਰਸ਼ੀਅਲ ਬੈਂਕ ਨੇ 21। nationalized implies the government of country has become the owner of these banks। okay, now the banks are expanding the branches in urban as well as in the rural area। ਹੁਣ ਇਹ ਬੈਂਕਾਂ ਜਿਹੜੀਆਂ ਆਪਾਂ ਕਹਿ ਦਈਏ ਬ੍ਰਾਂਚਿਸ ਨੇ, ਠੀਕ ਹੈ, ਉਹ ਪਿੰਡਾਂ ਅਤੇ ਸ਼ਹਿਰ ਦੋਨਾਂ 'ਚ ਕੀ ਆ ਓਪਨ ਹੋ ਗਈਆਂ। ਨੈਸ਼ਨਲਾਈਜ਼ਡ ਬੈਂਕਸ ਹੈਵ ਬੀਨ ਗਿਵਨ ਮੋਰ ਇੰਪੋਰਟੈਂਸ ਟੂ social welfare along the profitability। These banks offer loan to the poor and backward sections of society at the low rate of interest। ਕੀ ਕਰਦੇ ਨੇ ਜਿਹੜੀਆਂ ਇਹ ਬੈਂਕਾਂ ਨੇ, ਇਹ ਜਿਹੜੇ ਆਪਾਂ ਕਹਿੰਦੇ ਗਰੀਬ ਲੋਕ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਵਿਆਜ, ਘੱਟ ਵਿਆਜ 'ਤੇ ਕੀ ਹੈਗਾ ਲੋਨ ਪ੍ਰੋਵਾਈਡ ਕਰਦੀਆਂ ਨੇ ਅਤੇ ਬਹੁਤ ਜ਼ਿਆਦਾ ਇਹਨਾਂ ਦੀ ਕੀ ਹੈ ਇੰਪੋਰਟੈਂਸ ਹੈ। ਜੇ ਆਪਾਂ ਮੋਡਰਨ ਲਾਈਫ ਦੀ ਗੱਲ ਕਰਦੇ ਹਾਂ, ਮੋਡਰਨ ਡੇਜ਼ ਦੀ ਗੱਲ ਕਰਦੇ ਹਾਂ, ਨੋਵਾ ਡੇਜ਼ ਦੀ ਗੱਲ ਕਰਦੇ ਹਾਂ,
ਤਾਂ ਇਹਨਾਂ ਦਿਨਾਂ 'ਚ ਜਿਹੜੀ ਮੋਸਟ ਜਿਹੜੀ ਇੰਪੋਰਟੈਂਸ ਪਲੇ ਕਰ ਰਹੇ ਨੇ ਉਹ ਨੇ ਕਮਰਸ਼ੀਅਲ ਬੈਂਕ। ਠੀਕ ਹੈ ਜੀ, ਇਹ ਅੱਜ ਦਾ ਆਪਣਾ ਟੋਪਿਕ ਸੀ ਇਰੀਗੇਸ਼ਨ ਦੇ ਜਿਹੜੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਜਾਂ ਮੋਨੇਟਰੀ ਇੰਸਟੀਟਿਊਸ਼ਨਸ। ਠੀਕ ਹੈ, ਮੈਨੂੰ ਧਿਆਨ ਨਾਲ ਸਮਝੋ ਅਤੇ ਪੜ੍ਹਿਓ। ਠੀਕ ਹੈ ਜੀ।